ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚਕਰ ਚਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ रूप रंग अर रेख पेख को कह न सकत केह। अचल मूरत अनपहु प्रकाश अमितोज कह जाय। कोट इंद्र इंद्राण साहे साहान गण जाय। त्रिभुवन महीप सुर नर असुर नेत नेत बन तृण कहत। त्वै सर्वनाम कथय कवन कर्म नाम बरनत सुमत। त्वै सर्वनाम कथय कवन कर्म नाम बरनत सुमत। प्रभ दातो दातार पर्यो जाचक एक सरना। मिलै दान संतरेन जिहे लग भव जल तरना। बिनत करो अरदास सुनो जे ठाकुर पावै। देहो दरस मन चाओ भगत एहो मन ठहरावै। बलियो चराग अंधियार मह सब कल उदरी एक नाम धरम। प्रगट सगल हर भवन मह जन नानक गुर पार ब्रह्म। प्रगट सगल हर भवन मह जन नानक गुर पार ब्रह्म। हर बिसरत सदा खुआरी ताको धोखा कहाँ व्यापै जाको ओट तुहारी। बिन सिमरन ज्यों जीवन बलना सर्प जैसे अर जारी। नव खंडन को राज कमावै अंत चलै गोहारी। गुण निधान गुण तिन्हि गाए जाको कृपा धारी। सो सुखिया धन उस जन्मा नानक तिस बलिहारी। सो सुखिया धन उस जन्मा नानक तिस बलिहारी। हम अवगुण भरे एक गुण नाही। अमृत छाड़ बिख बिख माया मोह परम पै भूले। सुत दारा स्यों एक उत्तम पंथ सुन्यो गुर संगत। तेह मिलंत जम त्रास मिटाई। एक अरदास पाठ कीरत की गुर रामदास। सो कहो टल गुर सेविय अहनस सहज सुभाए। दर्शन परसै गुरु का जन्म मरण दुख जाए। होवै
ਸਿਫਤ ਖਸੰਮਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਹਾਦੈ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ ਤਨਾਸਰੀ ਮਹੱਲਾ ਪੰਜਵਾ। ਘਰ ਬਾਰਵਾ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਰਹਾਉ ਵੱਡਾ ਭਾਗ ਭੀਟੈ ਗੁਰ ਦੀਵਾ ਕੋਟ ਪਰਾਧ ਮਿਟੇ ਹਰ ਸੇਵਾ। ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਬਿਆਪੈ। ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੀ। ਪਰ ਤਨ ਦੋਖ ਕਿਛ ਪਾਪ ਨਾ ਫੇੜੇ ਜਾਮ ਜੰਦਾਰ ਨਾ ਆਵੈ ਨੇੜੇ। ਤ੍ਰਿਸ਼ਨਾ ਅਗਨ ਪ੍ਰਭ ਆਪ 부ਝਾਈ ਨਾਨਕ ਉਧਰੀ ਪ੍ਰਭ ਸ਼ਰਣਾਈ। ਤ੍ਰਿਸ਼ਨਾ ਅਗਨ ਪ੍ਰਭ ਆਪ 부ਝਾਈ ਨਾਨਕ ਉਧਰੀ ਪ੍ਰਭ ਸ਼ਰਣਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਵਾਲੀ ਵਾਲੀਏ ਕੋਲ ਆਲਮ ਨੂਰੇ ਸਰਵਰੇ ਕਾਇਨਾਤ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ ਹਾਜ਼ਰਾਂ ਹਜੂਰ ਜਹਰਾਂ ਜਹੂਰ ਸਰਬ ਕਲਾ ਭਰਪੂਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਪਾਵਨ ਹਜ਼ੂਰੀ 'ਚ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੱਚਖੰਡ ਦੀਵਾਨਾਂ 'ਚ ਇਕੱਤਰ ਹੋਈ ਹਾਜ਼ਰੀਆਂ ਭਰ ਰਹੀ ਸਤਿਗੁਰਾਂ ਦੇ ਪਰਮ ਪਿਆਰ 'ਚ ਪਰੋਤੀ ਹੋਈ ਗੁਰੂ ਰੰਗ 'ਚ ਰੰਗੀ ਹੋਈ ਗੁਰੂ ਕਾ ਖਾਸ ਰੂਪ
ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਜੁੜ ਕੇ ਆਪਣੇ ਜੀਵਨ ਦਾ ਕੁਝ ਸਮਾਂ ਗੁਰੂ ਕੇ ਲੇਖੇ ਲਾ ਕੇ ਸਫਲਾ ਕਰ ਰਹੇ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹੀ ਸਾਡੇ ਮਨੁੱਖੀ ਜੀਵਨ ਦਾ ਮਨੋਰਥ ਤੇ ਪ੍ਰਯੋਜਨ ਹੈ। ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਮੁਖਵਾਕ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਬਖਸ਼ੇ ਹਨ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਸਾਹਿਬ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਨਾਲ ਜੋੜੀਏ। ਇਕਾਗਰਤਾ ਬਣਾਉਣ ਨਿਮਿਤ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਇੱਕ ਅਦੁੱਤੀ ਹੈ, ਜਿਸ ਵਰਗਾ ਕੋਈ ਦੂਜਾ ਨਹੀਂ ਹੈ। ਜਿਸ ਵਰਗਾ ਉਹੀ ਹੈ। ਉਪਮਾ ਜਾਤ ਨਾ ਕਹੀ, ਮੇਰੇ ਪ੍ਰਭ ਕੀ ਉਪਮਾ ਜਾਤ ਨਾ ਕਹੀ। ਜਦੋਂ ਕਿਸੇ ਚੀਜ਼ ਦੀ ਉਪਮਾ ਦੇਈਏ ਪਰਮੇਸ਼ਰ ਦੇ ਸੰਬੰਧ 'ਚ, ਤਾਂ ਉਹਦੇ ਵਿੱਚ ਨਿਊਨਤਾ ਨਜ਼ਰ ਆਉਂਦੀ ਹੈ। ਕਿਸੇ ਆਖਿਆ ਪਰਮੇਸ਼ਰ ਦੇ ਚਰਨ ਕਮਲ ਦੇ ਫੁੱਲ ਸਮਾਨ ਹਨ, ਪਰ ਕਮਲ ਦਾ ਫੁੱਲ ਤਾਂ ਮੁਰਝਾ ਜਾਂਦਾ ਹੈ। ਕਮਲ ਦਾ ਫੁੱਲ ਤਾਂ ਪਾਣੀ ਬਿਨਾਂ ਰਹਿ ਨਹੀਂ ਸਕਦਾ। ਫਿਰ ਕਮਲ ਦੇ ਫੁੱਲ ਵਿੱਚ ਕੰਡੇ ਲੱਗੇ ਹੁੰਦੇ ਐ, ਪਰ ਉਹ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ, ਜਿਸ ਵਿੱਚ ਕਿਸੇ ਵੀ ਪ੍ਰਕਾਰ ਦੀ ਨਿਊਨਤਾਈ ਨਹੀਂ, ਜਿਹਦੀ ਹਸਤੀ, ਜਿਹਦਾ ਵਜੂਦ ਸदैवी ਕਾਲ ਲਈ ਇੱਕੋ ਜਿਹਾ ਰਹਿੰਦਾ ਹੈ, ਉਹਨੂੰ ਕਹਿੰਦੇ ਨੇ ਇੱਕ। ਅੱਜ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰਾਂ ਦਾ ਜੋਤੀ ਜੋਤ ਦਿਵਸ ਦਿਹਾੜਾ ਹੈ। ਉੱਥੇ ਨਾਲ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਹੈ। ਦਿੱਲੀ ਵਿਖੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਿਰਾਜਮਾਨ ਸਨ, ਚੇਚਕ ਦੀ ਮਹਾਮਾਰੀ ਸਾਰੇ ਦਿੱਲੀ ਨਗਰ 'ਚ ਫੈਲੀ ਹੋਈ। ਜਿਨ੍ਹਾਂ ਜਿਨ੍ਹਾਂ ਸਤਿਗੁਰਾਂ ਦੇ ਦਰਸ਼ਨ ਕੀਤੇ, ਉਹਨਾਂ ਦੀਆਂ ਬਿਮਾਰੀਆਂ ਜਾਂਦੀਆਂ ਰਹੀਆਂ। ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਲੱਗੇ ਹੋਏ ਰੁਮਾਲ ਦੇ ਵਿੱਚੋਂ ਜਲ ਛਕਿਆ, ਉਹ ਅਰੋਗ ਹੋ ਗਏ। ਗਰੀਬਨਵਾਜ ਸਤਿਗੁਰੂ ਜੀ ਨੇ ਆਪ ਭਾਣਾ ਵਰਤਾਇਆ, ਸੱਚਖੰਡ ਜਾਣ ਦੇ ਤਿਆਰੇ ਕਰ ਲਏ। ਸਤਿਗੁਰਾਂ ਦੇ ਸਰੀਰ ਤੇ ਖੇਚੜਾ ਆਈ। ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਜਾਣ ਨੂੰ ਜਦੋਂ ਸਤਿਗੁਰਾਂ ਨੇ ਤਿਆਰੀ ਕੀਤੀ, ਸੰਗਤ ਨੂੰ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਰਮੇਸ਼ਰ ਰੂਪ ਕਰਕੇ ਪੂਜਣਾ ਜਾਣਨਾ। ਤਾਂ ਬੇਨਤੀ ਕੀਤੀ ਦਿੱਲੀ ਦੀ ਸੰਗਤ ਨੇ, ਸਤਿਗੁਰੂ ਜੀ ਸਾਨੂੰ ਲੜ ਕਿਹਦੇ ਲਾ ਕੇ ਚੱਲੇ? ਤੁਹਾਡੇ ਤੋਂ ਬਾਅਦ ਸਾਡੇ ਗੁਰਦੇਵ ਕੌਣ ਹਨ? ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਉਸੇ ਵਕਤ 5 ਪੈਸੇ ਸ਼੍ਰੀਫਲ ਮੰਗਵਾਇਆ, ਜ਼ਮੀਨ ਤੇ ਰੱਖ ਕੇ ਨਮਸਕਾਰ ਕਰਦਿਆਂ ਆਪਣੇ ਮੁਖੋਂ ਬਚਨ ਫਰਮਾਇਆ, ਬਾਬਾ ਬਕਾਲੇ। ਸਾਡੇ ਬਾਬਾ ਜੀ ਇਸ ਵੇਲੇ ਬਕਾਲੇ ਹਨ, ਉਹੀ ਗੁਰੂ ਨੇ ਇਸ਼ਾਰਾ ਕੀਤਾ, ਕਿਉਂਕਿ ਬਕਾਲੇ ਨਗਰ ਵਿੱਚ ਕੇਵਲ ਉਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਸਨ।
ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਬਚਨ ਕਹੇ ਤੇ ਫਿਰ 22 ਮੰਜੀਆਂ ਲੱਗ ਗਈਆਂ ਸੀ। ਆ ਕੇ ਧੀਰਮਲ ਵਰਗਿਆਂ ਨੇ ਆ ਕੇ ਕਿਹਾ ਜੀ ਅਸੀਂ ਗੁਰੂ ਹਾਂ। ਸੰਗਤ ਵਿੱਚ ਇਹ ਭਰਮ ਪਾ ਦਿੱਤਾ ਸੀ। ਪਰ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਜਿਸ ਵਕਤ ਇਹ ਬਚਨ ਕਹੇ ਸੀ ਬਾਬਾ ਬਕਾਲੇ, ਉਸ ਵਕਤ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਜੀ ਬਕਾਲੇ 'ਚ ਬੈਠੇ ਸਾਧਨਾ ਕਰ ਰਹੇ ਸੀ। ਇਹ ਕਹਿ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਸੱਚਖੰਡ ਜਾਣ ਦੇ ਤਿਆਰੇ ਕੀਤੇ। ਜੋਤੀ ਜੋਤ ਸਮਾ ਗਏ। ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੀਰ ਦਾ ਅੰਤਮ ਸੰਸਕਾਰ ਗੁਰਦੁਆਰਾ ਬਾਲਾ ਸਾਹਿਬ ਵਿਖੇ ਕੀਤਾ ਗਿਆ। ਇੱਧਰ ਜਦੋਂ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਬਾਬਤ ਬਚਨ ਹੋਇਆ ਕਿ ਬਾਬਾ ਬਕਾਲੇ, ਤਾਂ ਬਕਾਲੇ ਦੀ ਧਰਤੀ ਤੇ 22 ਮੰਜੀਆਂ ਲੱਗੀਆਂ ਹੋਈਆਂ। ਧੀਰਮਲ ਆ ਗਿਆ। ਸਭ ਨੇ ਸੰਗਤ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਭੋਰੇ ਵਿੱਚ, ਜਿੱਥੇ ਅੱਜ ਕੱਲ੍ਹ ਸਤਿਗੁਰਾਂ ਦਾ ਸਥਾਨ ਹੈ, ਉੱਥੇ ਹੀ ਰਹਿੰਦੇ ਹਨ। ਕਈ ਵਾਰੀ ਮਾਤਾ ਜੀ ਕਹਿੰਦੇ ਹਨ, ਲਾਲ ਜੀ ਤੁਸੀਂ ਵੀ ਬਾਹਰ ਦੂਜਿਆਂ ਵਾਂਗੂ ਦਰਸ਼ਨ ਦਿਓ। ਮਹਾਰਾਜ ਜੀ ਕਹਿਣ ਲੱਗੇ, ਮਾਤਾ ਸਾਡਾ ਚਿੱਤ ਹੈ ਇੱਥੇ ਗੁਪਤ ਹੋ ਕੇ ਰਹਿਣਾ, ਕਿਉਂਕਿ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦਾ ਗਿਆਨ ਹੈ ਉਹ ਆਪਣੇ ਆਪ ਨੂੰ ਪ੍ਰਗਟ ਕਰਨਾ ਹੀ ਨਹੀਂ ਚਾਹੁੰਦੇ, ਪਰ ਫਿਰ ਵੀ ਪਰਮੇਸ਼ਰ ਉਹਨਾਂ ਨੂੰ ਪ੍ਰਗਟ ਕਰ ਦਿੰਦਾ ਹੈ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਡੋਲ ਰਹੇ। ਖੇੜ ਵਰਤੀ ਉਧਰ ਮੱਖਣ ਸ਼ਾਹ ਲੁਬਾਣੇ ਦਾ ਜਹਾਜ਼ ਸਤਿਗੁਰੂ ਜੀ ਨੇ ਕਿਨਾਰੇ ਲਾਇਆ। ਜਦੋਂ ਮੱਖਣ ਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਪਹੁੰਚਿਆ ਬਕਾਲੇ, ਵੇਖਿਆ ਅੱਗੇ 22 ਮੰਜੀਆਂ ਲੱਗੀਆਂ, ਕਿਹਦੇ ਕੋਲ ਜਾਵਾਂ। ਸਭ ਕੋਲ ਜਾ ਕੇ ਨਮਸਕਾਰ ਕੀਤੀ, ਮਨ ਨੂੰ ਤਸੱਲੀ ਨਹੀਂ ਹੋਈ। ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ, ਪਾਤਸ਼ਾਹ ਜੀ ਨੇ ਜਦੋਂ ਇਹਨੇ ਮਹਾਰਾਜ ਜੀ ਨੂੰ 2 ਅਸ਼ਰਫੀਆਂ ਰੱਖੀਆਂ ਤਾਂ ਮਹਾਰਾਜ ਜੀ ਕਹਿਣ ਲੱਗੇ, ਮੱਖਣ ਸ਼ਾਹ ਸੁਖਣਾ ਵੱਧ ਸੁਖੀ ਸੀ, ਭੇਟਾ 2 ਕਰਦਾ ਹੈ। ਆ ਵੇਖ ਤੇਰੇ ਬੇੜੇ ਦੇ ਕਸਰ ਹਾਲੇ ਵੀ ਸਾਡੇ ਮੋਢੇ ਤੇ ਲੱਗੇ ਹੋਏ ਹੈ। ਇਹ ਬਚਨ ਕਿਉਂ ਕਹੇ? ਕਿਉਂਕਿ ਕਿਤੇ ਮੱਖਣ ਸ਼ਾਹ ਦੀ ਸ਼ਰਧਾ ਨਾ ਟੁੱਟ ਜਾਏ। 22 ਮੰਜੀਆਂ ਵਾਲਿਆਂ ਕੋਲ ਜਾ ਕੇ ਆਇਆ ਸੀ। 22 ਗੱਦੀਆਂ ਲਾ ਕੇ ਜਿਹੜੇ ਬੈਠੇ ਸਨ ਉਹਨਾਂ ਕੋਲ ਜਾ ਕੇ ਆਇਆ ਸੀ, ਪਰ ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਿਮਾ ਨੂੰ ਪ੍ਰਗਟ ਨਹੀਂ ਸੀ ਹੋਣ ਦਿੱਤਾ। ਭਾਈ ਮੱਖਣ ਸ਼ਾਹ ਜੀ ਨੇ ਜਾਣ ਲਿਆ ਤੇ ਸਤਿਗੁਰਾਂ ਨੂੰ ਪ੍ਰਗਟ ਕੀਤਾ। 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੱਜ ਗੁਰਤਾ ਗੱਦੀ ਦਿਵਸ ਹੈ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤ ਸਮਾਵਣੇ ਤੇ ਗੁਰਦੇਵ ਦੇ ਚਰਨਾਂ ਤੇ ਨਮਸਕਾਰ ਹੈ। ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਸਮੂਹ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ। ਸਾਹਿਬ ਜੀ ਵਰਗਾ ਕੋਈ ਨਹੀਂ, ਇੱਕ ਜੋ ਅਦੁੱਤੀ ਹੈ। ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਓੰਕਾਰ ਦਾ ਮਤਲਬ ਹੈ ਜੋ ਵਿਆਪਕ ਹੈ ਔਰ ਸਰਬ ਦਾ ਪ੍ਰਕਾਸ਼ਕ ਹੈ। ਤ੍ਰਈ ਕਾਲ ਸਤ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਵਰੂਪ ਹੈ। ਐਸਾ ਜੋ ਵਾਹਿਗੁਰੂ ਪਰਮੇਸ਼ਰ ਹੈ, ਉਸ ਦੀ ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਦੁਆਰਾ ਹੁੰਦੀ ਹੈ। ਇਹ ਮੰਗਲਾ ਚਰਨ ਕਰਕੇ ਮਹਾਰਾਜ ਜੀ ਸ਼ਬਦ ਦੀ ਆਰੰਭਤਾ ਕਰਦੇ ਹਨ। ਤਨਾਸਰੀ ਮਹੱਲਾ ਪੰਜਵਾ, ਘਰ ਬਾਹਰਵਾ। ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਈ। ਰਾਗ ਤਨਾਸਰੀ ਹੈ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਅੰਮ੍ਰਿਤ ਬਚਨ ਹਨ। 12ਵੇਂ ਘਰ ਸੁਰਤਾਲ ਵਿੱਚ ਇਹਨਾਂ ਪਾਵਨ ਸ਼ਬਦਾਂ ਨੂੰ ਗਾਇਨ ਕਰਨ ਦਾ ਹੁਕਮ ਹੈ। ਬੰਦਨਾ ਹਰ ਬੰਦਨਾ, ਉਸ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਾਡੀ ਵੰਦਨਾ ਹੈ, ਸਾਡੀ ਨਮਸਕਾਰ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਸਿੱਧ ਮਿਲੇ,
ਸਤਿਗੁਰਾਂ ਨਾਲ ਗੋਸ਼ਟੀ ਕਰਨ ਵਾਸਤੇ ਆਉਂਦੇ, ਤੇ ਜਦੋਂ ਸਿੱਧ ਮਿਲਦੇ ਨੇ ਆਪਸ ਵਿੱਚ, ਤੇ ਆਪਾਂ ਜਿਵੇਂ ਫਤਿਹ ਗਜਾਉਂਦੇ ਆ, ਵੱਖੋ ਵੱਖਰੇ ਬਤਾ ਮਤਾਂਤਰਾਂ ਦੇ ਲੋਕਾਂ ਦਾ ਸਭ ਦਾ ਮਿਲਣ ਦਾ ਤਰੀਕਾ ਵੱਖੋ ਵੱਖਰਾ ਹੈ। ਇੱਧਰ ਮਥੁਰਾ ਬ੍ਰਿੰਦਾਵਨ ਵੱਲ ਪਾਸੇ ਜਾ ਕੇ ਵੇਖੀਏ ਤੇ ਉਹ ਜਦੋਂ ਲੋਕ ਆਪਸ ਵਿੱਚ ਮਿਲਦੇ ਤੇ ਕਹਿੰਦੇ ਰਾਧੇ ਰਾਧੇ। ਅਯੁੱਧਿਆ ਦੇ ਇਲਾਕੇ 'ਚ ਜਾਈਏ ਤੇ ਉਹ ਕਹਿੰਦੇ ਆ ਰਾਮ ਰਾਮ। ਬਿਹਾਰ ਦੇ ਇਲਾਕੇ 'ਚ ਜਾਈਏ ਤੇ ਉਹ ਕਹਿੰਦੇ ਆ ਸੀਤਾ ਰਾਮ। ਤੋ ਇਸ ਪ੍ਰਕਾਰ ਨਾਲ ਸਭ ਦਾ ਆਪਸ ਵਿੱਚ ਮਿਲਣੀ ਕਰਨ ਦਾ ਵੱਖੋ ਵੱਖਰਾ ਪ੍ਰਕਾਰ ਹੈ। ਇੱਦਾਂ ਜਿਹੜੇ ਯੋਗ ਮਤ ਦੇ ਨੇ ਯੋਗੀ, ਉਹ ਜਦੋਂ ਆਪਸ ਵਿੱਚ ਮਿਲਦੇ ਨੇ ਤਾਂ ਆਪਸ ਵਿੱਚ ਮਿਲ ਕੇ ਇੱਕ ਦੂਜੇ ਨੂੰ ਕਹਿੰਦੇ ਆ ਆਦੇਸ਼ ਆਦੇਸ਼। ਤੋ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਕੋਲ ਆ ਕੇ ਮਹਾਰਾਜ ਜੀ ਨੂੰ ਕਹਿੰਦੇ ਜੀ ਆਦੇਸ਼ ਆਦੇਸ਼, ਤਾਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆਦੇਸ਼ ਤਿਸ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਉਹਨੂੰ ਨਮਸਕਾਰ ਹੈ, ਉਸੇ ਦਾ ਹੁਕਮ ਹੈ। ਹਰੀ ਨੂੰ ਬੰਦਨਾ ਹੈ, ਅਕਾਲ ਪੁਰਖ ਨੂੰ ਬੰਦਨਾ ਹੈ, ਪਰਮੇਸ਼ਰ ਨੂੰ ਨਮਸਕਾਰ ਹੈ। ਬੰਦਨਾ ਹਰ ਬੰਦਨਾ, ਹਰੀ ਨੂੰ ਬੰਦਨਾ ਹੈ, ਹਰੀ ਨੂੰ ਨਮਸਕਾਰ ਹੈ। ਉਹ ਹਰੀ ਜਿਹੜਾ ਸਾਰਿਆਂ ਵਿੱਚ ਵਰਤਦਾ, ਸਾਰਿਆਂ 'ਚ ਰਹਿੰਦਾ, ਜਿਸ ਦੀ ਜੋਤ ਸਾਰਿਆਂ ਵਿੱਚ ਸਮਾਈ ਹੋਈ ਹੈ, ਉਹਨੂੰ ਸਾਡੀ ਬੰਦਨਾ ਹੈ, ਬਾਰੰਬਾਰ ਬੰਦਨਾ ਹੈ। ਖਾਲਸਾ ਜੀ, ਇੱਕ ਭਗਤੀ ਹੈ, ਇਹਨੂੰ ਨਮਸਕਾਰਾਤਮਕ ਭਗਤੀ ਕਹਿੰਦੇ ਹਨ। ਮੰਗਲ ਵੀ ਹੁੰਦਾ ਇੱਕ ਨਮਸਕਾਰਾਤਮਕ ਮੰਗਲਾਚਰਨ ਹੈ। ਆਪਣੇ ਇਸ਼ਟ ਨੂੰ, ਆਪਣੇ ਭਗਵਾਨ ਨੂੰ ਬਾਰ-ਬਾਰ ਮੱਥਾ ਟੇਕਣਾ, ਬੰਦਨਾ ਕਰਨੀ, ਇਹ ਵੀ ਭਗਤੀ ਹੈ। ਬਾਰ-ਬਾਰ ਨਮਸਕਾਰ ਕਰਨੀ, ਆਪਣੇ ਇਸ਼ਟ ਦੇਵ ਨੂੰ ਨਮਸਕਾਰ ਕਰਨੀ। ਮਹਾਰਾਜ ਜੀ, ਤੁਹਾਡੇ ਚਰਨਾਂ 'ਚ ਸਾਡੀ ਬੰਦਨਾ ਹੈ। ਹੇ ਹਰੀ ਜੀ, ਤੁਹਾਨੂੰ ਸਾਡੀ ਬੰਦਨਾ ਹੈ, ਨਮਸਕਾਰ ਹੈ। ਦੰਡੌਤ ਬੰਦਨ ਅਨਕ ਬਾਰ, ਇੱਕ ਵਾਰ ਨਹੀਂ, ਅਨੇਕਾਂ ਵਾਰ ਹੀ ਤੁਹਾਨੂੰ ਸਾਡੀ ਡੰਡੌਤ ਬੰਦਨਾ ਹੈ, ਅਨੇਕਾਂ ਵਾਰ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਬੰਦਨਾ ਹੈ, ਹਰ ਬੰਦਨਾ। ਹੇ ਹਰੀ ਜੀ, ਤੁਹਾਨੂੰ ਬੰਦਨਾ ਹੈ। ਗੁਣ ਗਾਵੋ ਗੋਪਾਲ ਰਾਏ। ਰਾਏ ਨਾਮ ਹੁੰਦਾ ਰਾਜੇ ਦਾ, ਗੋਪਾਲ ਨਾਮ ਹੁੰਦਾ ਜਿਹੜਾ ਧਰਤੀ ਦੇ ਸਮੂਹ ਜੀ ਜਨਤਾ ਦੀ ਪਾਲਣਾ ਕਰਨ ਵਾਲਾ, ਉਹਨੂੰ ਕਹਿੰਦੇ ਨੇ ਗੋਪਾਲ। ਉਹ ਜਿਹੜਾ ਰਾਜਾ ਗੋਪਾਲ ਹੈ ਪਰਮੇਸ਼ਰ, ਮਹਾਰਾਜ ਜੀ ਕਹਿੰਦੇ ਉਹਦੇ ਗੁਣ ਗਾਵੋ, ਉਹਦੇ ਗੁਣ ਗਾਇਨ ਕਰੋ। ਨਿਰੰਕਾਰ ਦੇ ਗੁਣ ਗਾਵੋ, ਪਰਮੇਸ਼ਰ ਦੇ ਗੁਣ ਗਾਵੋ, ਨੀਕੇ ਹਰ ਗੁਣ ਗਾਵੋ। ਪਰਮੇਸ਼ਰ ਦੇ, ਹਰੀ ਦੇ ਜਿਹੜੇ ਸ਼ੁਭ ਗੁਣ ਨੇ, ਚੰਗੇ ਗੁਣ ਨੇ, ਉਹਨਾਂ ਗੁਣਾਂ ਨੂੰ ਗਾਇਨ ਕਰੋ, ਪਰਮੇਸ਼ਰ ਦੇ ਗੁਣਾਂ ਨੂੰ ਗਾਵੋ। ਰਹਾਉ ਵੱਡਾ ਭਾਗ ਭੇਟੀ ਗੁਰਦੇਵਾ। ਜਦੋਂ ਪੂਰਬਲੇ ਜਨਮਾਂ ਦੇ ਚੰਗੇ ਕਰਮ ਜਾਗਦੇ ਨੇ, ਜਿਨ੍ਹਾਂ ਨੂੰ ਆਪਾਂ ਵੱਡੇ ਭਾਗ ਕਹਿੰਦੇ ਹਾਂ, ਵਡਭਾਗੀ, ਵੱਡਿਆਂ ਭਾਗਾਂ ਵਾਲਾ, ਜਿਨ੍ਹਾਂ ਦੇ ਭਾਗ ਜਾਗਣ, ਜਿਨ੍ਹਾਂ ਦੇ ਪੂਰਬਲੇ ਜਨਮਾਂ ਦੇ ਕੀਤੇ ਚੰਗੇ ਕਰਮ ਜਾਗਣ, ਉਹਨਾਂ ਵੱਡਿਆਂ ਭਾਗਾਂ ਵਾਲਿਆਂ ਨੂੰ ਪ੍ਰਕਾਸ਼ ਰੂਪੀ ਗੁਰੂ ਦਾ ਮੇਲ ਪ੍ਰਾਪਤ ਹੁੰਦਾ। ਗੁਰਦੇਵਾ, ਦੇਵਾ ਕਿਹਨੂੰ ਕਹਿੰਦੇ ਆ? ਜਿਹਦਾ ਪ੍ਰਕਾਸ਼ ਹੀ ਪ੍ਰਕਾਸ਼ ਹੈ, ਜਿਹੜਾ ਪ੍ਰਕਾਸ਼ ਰੂਪ ਹੋਵੇ ਉਹਨੂੰ ਕਹਿੰਦੇ ਨੇ ਦੇਵਾ। ਪ੍ਰਕਾਸ਼ ਰੂਪੀ ਗੁਰੂ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੇ ਭਾਗ ਵੱਡੇ ਨੇ, ਜਿਨ੍ਹਾਂ ਦੇ ਕਰਮ ਚੰਗੇ ਨੇ, ਉਹਨਾਂ ਨੂੰ ਪੂਰਨ ਗੁਰਦੇਵ ਦਾ ਮੇਲ ਪ੍ਰਾਪਤ ਹੁੰਦਾ ਹੈ। ਕੋਟ ਪਰਾਧ ਮਿਟੇ ਹਰ ਸੇਵਾ। ਇਹ ਭਾਈ, ਹਰੀ ਦੀ ਸੇਵਾ ਕੀਤਿਆਂ ਕਰੋੜਾਂ ਅਪਰਾਧ ਮਿਟ ਜਾਂਦੇ ਆ, ਕਰੋੜਾਂ।
ਕਰੋੜਾਂ ਅਪਰਾਧ ਜਿਹੜੇ ਜਨਮਾਂ ਜਨਮਾਂ ਦੇ ਸਾਡੇ ਕੋਲ ਹੋਏ ਹੋਏ ਨੇ, ਉਹ ਕਰੋੜਾਂ ਅਪਰਾਧ ਹਰੀ ਦੀ ਸੇਵਾ ਕੀਤਿਆਂ ਮਿਟ ਜਾਂਦੇ ਨੇ। ਕੋਟ ਅਪਰਾਧ ਮਿਟੇ ਹਰ ਸੇਵਾ। ਵਾਹਿਗੁਰੂ 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 ਕਰਦਿਆਂ ਕਰਦਿਆਂ ਕਰੋੜਾਂ ਹੀ ਅਪਰਾਧ ਮਿਟ ਜਾਂਦੇ ਨੇ, ਕਰੋੜਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ। ਚਰਨ ਕਮਲ ਜਾ ਕਾ ਮਨ ਰਾਪੈ। ਪਾਰ ਬ੍ਰਹਮ ਪਰਮੇਸ਼ਰ ਦੇ ਚਰਨ ਕਮਲਾਂ ਨਾਲ ਜਿਸ ਦਾ ਮਨ ਰਾਪੈ, ਕਹੀਏ ਰੰਗਿਆ ਗਿਆ। ਪਰਮੇਸ਼ਰ ਦੇ ਚਰਨ ਕਮਲਾਂ ਨਾਲ ਜਿਸ ਦਾ ਮਨ ਰੰਗਿਆ ਗਿਆ ਹੈ, ਸੋਗ ਅਗਨ ਤਿਸ ਜਨ ਨਾ ਵਿਆਪੈ। ਉਹਨੂੰ ਦੁੱਖਾਂ ਦੀ ਅੱਗ ਨਹੀਂ ਵਿਆਪਦੀ। ਸੋਗ ਨਾਮ ਹੁੰਦਾ ਦੁੱਖ ਦਾ, ਅਗਨ ਨਾਮ ਹੁੰਦਾ ਅਗਨੀ ਦਾ। ਦੁੱਖਾਂ ਦੀ ਅੱਗ ਉਹਨਾਂ ਜਨਾਂ ਨੂੰ ਨਹੀਂ ਵਿਆਪਦੀ ਜਿਨ੍ਹਾਂ ਦਾ ਮਨ ਪਾਰ ਬ੍ਰਹਮ ਪਰਮੇਸ਼ਰ ਦੇ ਚਰਨ ਕਮਲਾਂ ਦੇ ਪ੍ਰੇਮ ਰੰਗ ਵਿੱਚ ਰੰਗਿਆ ਗਿਆ ਹੈ। ਦੁੱਖਾਂ ਦੀ ਅੱਗ ਉਹਨਾਂ ਨੂੰ ਨਹੀਂ ਵਿਆਪਦੀ। ਸੋਗ ਅਗਨ ਦੁੱਖਾਂ ਦੀ ਅੱਗ ਉਹਨਾਂ ਨੂੰ ਨਹੀਂ ਵਿਆਪਦੀ, ਉਹਨਾਂ ਤੇ ਹਾਵੀ ਨਹੀਂ ਹੁੰਦੀ। ਇਹ ਦੁੱਖ ਵੀ ਤਾਂ ਅੱਗ ਬਣ ਕੇ ਸਾੜਦੇ ਆ, ਮਨੁੱਖ ਨੂੰ ਦੋਂਦੇ ਆ। ਕਿਤਨੇ ਪ੍ਰਕਾਰ ਦੇ ਦੁੱਖ ਨੇ, ਤਨ ਦੇ ਦੁੱਖ ਨੇ, ਮਨ ਦੇ ਦੁੱਖ ਨੇ। ਕੋਈ ਸਰੀਰ ਕਰਕੇ ਦੁਖੀ ਹੈ, ਕੋਈ ਮਨ ਕਰਕੇ ਦੁਖੀ ਹੈ। ਤੋ ਜਿਨ੍ਹਾਂ ਦਾ ਮਨ ਪਰਮੇਸ਼ਰ ਦੇ ਚਰਨ ਕਮਲਾਂ ਦੇ ਪ੍ਰੇਮ ਰੰਗ ਵਿੱਚ ਰੰਗਿਆ ਗਿਆ, ਜਿਹੜੇ ਅੱਠੇ ਪੈਰ ਉਹਦੇ ਪ੍ਰੇਮ 'ਚ ਰੰਗੇ ਹੋਏ ਨੇ, ਉਹਨਾਂ ਨੂੰ ਦੁੱਖਾਂ ਦੀ ਅੱਗ ਵਿਆਪਦੀ ਨਹੀਂ। ਉਹਨਾਂ ਦੀ ਅਵਸਥਾ ਹੀ ਪਰਮੇਸ਼ਰ ਐਸੀ ਬਣਾ ਦਿੰਦਾ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਉਹ ਐਸੇ ਰੰਗ ਵਿੱਚ ਟਿਕ ਜਾਂਦੇ, ਉਹਨਾਂ ਨੂੰ ਦੁੱਖਾਂ ਦੀ ਅੱਗ ਨਹੀਂ ਵਿਆਪਦੀ। ਸਾਗਰ ਤਰਿਆ ਸਾਧੂ ਸੰਗੇ। ਹੇ ਭਾਈ, ਸਾਧੂ ਜਨਾਂ ਦੀ ਸੰਗਤ ਕੀਤੇ ਇਸ ਸਾਗਰ ਤੋਂ ਤਰੀਦਾ। ਆਹ ਸੰਸਾਰ ਜਿਹੜਾ ਇਹ ਸਮੁੰਦਰ ਹੈ, ਇਹ ਸਾਗਰ ਹੈ। ਇਸ ਸਾਗਰ ਤੋਂ ਤਰਿਆ ਜਾਂਦਾ ਜਦੋਂ ਸਾਧ ਸੰਗਤ ਕਰੀਏ। ਬਿਨਾਂ ਸਾਧ ਸੰਗਤ ਤੋਂ ਸੰਸਾਰ ਨਹੀਂ ਤਰਿਆ ਜਾਂਦਾ। ਇਹਨੂੰ ਤਰਨਾ ਔਖਾ ਹੈ, ਪਰ ਸੌਖਾ ਹੋ ਜਾਂਦਾ ਜਦੋਂ ਸੰਗਤ ਕਰੀਏ। ਸੰਗਤ ਕਰੀਏ ਸਾਧ ਕੀ, ਸਾਧੂ ਜਨਾਂ ਦੀ ਸੰਗਤ ਕਰਨੀ ਚਾਹੀਏ। ਸੰਗਤ ਵਿੱਚ ਖਾਲਸਾ ਜੀ ਬੜੀ ਵੱਡੀ ਬਰਕਤ ਹੈ। ਸਤਿਗੁਰਾਂ ਦੀ ਕੀਤੀ ਹੋਈ ਸੰਗਤ ਇਸ ਮਨ ਨੂੰ ਰੰਗ ਚਾੜਦੀ ਹੈ। ਇਸ ਮਨ ਤੇ ਰੰਗ ਲੱਗਦਾ ਹੈ। ਜਿਵੇਂ ਜਿਵੇਂ ਰੰਗ ਲੱਗੇਗਾ ਤਿਵੇਂ ਤਿਵੇਂ ਭਰਮ ਭੱਜਣਗੇ। ਰੰਗ ਲਾਗਤ 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 ਹੈ, ਭਰਮ ਭਾਗਤ 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 ਹੈ। ਜਿਵੇਂ ਜਿਵੇਂ ਰੰਗ ਲੱਗੇਗਾ ਤਿਵੇਂ ਤਿਵੇਂ ਭਰਮ ਦੂਰ ਹੋਣਗੇ, ਸ਼ੰਕੇ ਦੂਰ ਹੋਣਗੇ, ਸੰਦੇਹ ਦੂਰ ਹੋਣਗੇ। ਆ ਸੰਗਤ ਵਿੱਚ ਆ ਕੇ ਕਿਤਨੇ ਸ਼ੰਕੇ ਦੂਰ ਹੁੰਦੇ। ਅਕਸਰ ਅਸੀਂ ਆਪਸ ਵਿੱਚ ਗੱਲਾਂ ਕਰਦੇ ਆ ਨਾ ਜੀ। ਮੇਰੇ ਮਨ 'ਚ ਸਵਾਲ ਸੀ, ਜਦੋਂ ਆ ਕੇ ਕਥਾ ਸੁਣੀ, ਕੀਰਤਨ ਸੁਣਿਆ, ਜਵਾਬ ਮਿਲ ਗਿਆ। ਸੰਗਤ ਵਿੱਚੋਂ ਜਵਾਬ ਆਪਣੇ ਆਪ ਹੀ ਮਿਲ ਜਾਂਦੇ। ਜਿੰਨੇ ਸਾਡੇ ਮਨਾਂ 'ਚ ਸਵਾਲ ਉੱਠਦੇ ਆ, ਸ਼ੰਕੇ ਉੱਠਦੇ ਆ, ਉਹਨਾਂ ਦਾ ਨਿਰਾਵਾਰਨ ਜਿਹੜਾ ਹੈ ਉਹ ਸਾਧ ਸੰਗਤ ਵਿੱਚ ਆ ਕੇ ਸੁਤੇ ਸਿੱਧੀ ਹੋ ਜਾਂਦਾ ਹੈ। ਸਤਿਗੁਰਾਂ ਦੀ ਇਹ ਕਲਾ ਹੈ, ਇਹ ਗੁਰੂ ਕੀ ਕਲਾ ਹੈ। ਕਿਤਨੇ ਸਵਾਲਾਂ ਦੇ ਜਵਾਬ ਸਾਨੂੰ ਗੁਰੂ ਕੀ ਸੰਗਤ ਵਿੱਚੋਂ ਆ ਕੇ ਲੱਭ ਜਾਂਦੇ ਆ, ਮਿਲ ਜਾਂਦੇ ਆ। ਇਸ ਕਰਕੇ ਸੰਗਤ ਕਰਨੀ ਅਤੀ ਅਵਸ਼ਕ ਹੈ, ਅਤੀ ਜ਼ਰੂਰੀ ਹੈ। ਮਹਾਰਾਜ ਜੀ ਕਹਿੰਦੇ, ਭਾਈ ਇਹ ਸੰਸਾਰ ਸਮੁੰਦਰ ਤੋਂ ਉਹ ਤਰਦੇ ਨੇ ਜਿਹੜੇ ਸਾਧ ਸੰਗਤ ਕਰਦੇ ਹਨ। ਸਾਧੂ ਸਾਗਰ ਤਰਿਆ ਸਾਧੂ ਸੰਗੇ। ਸਾਧ ਸੰਗਤ ਕੀਤੇ ਇਸ ਸਾਗਰ ਤੋਂ, ਇਸ ਭਵ ਸਾਗਰ ਤੋਂ ਤਰੀਦਾ ਹੈ। ਨਿਰਭਉ ਨਾਮ ਜਪੋ ਹਰ ਰੰਗੀ। ਇਹ ਭਾਈ ਹਰੀ ਦੇ ਪ੍ਰੇਮ ਰੰਗ ਵਿੱਚ ਆਪਣੇ ਆਪ ਨੂੰ ਰੰਗ ਕੇ ਨਿਰਭਉ ਹੋ ਕੇ ਪਰਮੇਸ਼ਰ ਦਾ ਨਾਮ ਜਪੋ। ਜਿਹੜੇ ਉਹਦੇ ਪ੍ਰੇਮ ਰੰਗ 'ਚ ਰੰਗੇ ਜਾਂਦੇ ਨੇ ਉਹ ਨਿਰਭਉ ਹੋ ਜਾਂਦੇ ਨੇ। ਉਹਦੇ ਪ੍ਰੇਮ ਦੇ ਵਿੱਚ ਭਿੱਜਿਆ ਹੋਇਆਂ ਨੂੰ ਕੋਈ ਭਉ ਨਹੀਂ ਰਹਿੰਦਾ, ਕੋਈ ਡਰ ਨਹੀਂ ਰਹਿੰਦਾ।
ਤੇ ਉਹ ਨਿਰਭਉ ਹੋ ਕੇ ਪਰਮੇਸ਼ਰ ਦਾ ਨਾਮ ਜਪਦੇ ਨੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨਿਰਭਉ ਹੋ ਕੇ ਅਕਾਲ ਪੁਰਖ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਵਿਧਾਤੇ ਦਾ ਨਾਮ ਜਪੋ। ਹਰੀ ਦੇ ਪ੍ਰੇਮ ਰੰਗ ਵਿੱਚ ਆਪਣੇ ਆਪ ਨੂੰ ਰੰਗ ਕੇ ਉਹਦਾ ਨਾਮ ਜਪੋ। ਭਾਰ ਤਨ ਦੋਖ ਕਿਛ ਪਾਪ ਨਾ ਫੀੜੀ। ਬੜਾ ਵੱਡਾ ਦੋਸ਼ ਹੈ ਕਿਸੇ ਪਰਾਏ ਦਾ ਧਨ ਵੇਖ ਕੇ ਉਹਦੇ ਤੇ ਆਪਣਤ ਬਣਾਉਣੀ ਵੀ ਇਹ ਮੇਰਾ ਹੈ। ਪਰਾਇਆ ਧਨ ਵੇਖ ਕੇ ਬੰਦਾ ਆਪਣੇ ਕੋਲ ਭਾਵੇਂ ਜਿੰਨਾ ਮਰਜ਼ੀ ਪਿਆ ਹੋਵੇ ਦੂਜੇ ਦੇ ਪਾਸ ਵੇਖ ਕੇ ਇਹਦਾ ਮਨ ਜ਼ਿਆਦਾ ਖੜਕਦਾ। ਜਿਵੇਂ ਉਹ ਕਹਾਵਤ ਹੈ ਨਾ ਕਿ ਦੂਜੇ ਦੀ ਥਾਲੀ 'ਚ ਪਿਆ ਲੱਡੂ ਹਮੇਸ਼ਾ ਵੱਡਾ ਹੀ ਲੱਗਦਾ ਹੈ। ਆਪ ਭਾਵੇਂ 4 ਰੱਖੇ ਹੋਣ ਥਾਲੀ 'ਚ, ਦੂਜੇ ਦੀ ਇੱਕ ਵੀ ਪਿਆ ਹੋਵੇ ਤੇ ਕਹਿੰਦਾ ਮੇਰੇ 4ਾਂ ਦੇ ਬਰਾਬਰ ਇਹਦਾ ਇੱਕੋ ਹੀ ਹੈ। ਇਹ ਬੰਦੇ ਦੀ ਬਿਰਤੀ ਹੈ, ਨੀਚ ਬਿਰਤੀ। ਕਿਸੇ ਦੂਜੇ ਦਾ ਧਨ ਵੇਖ ਕੇ, ਦੂਜੇ ਦਾ ਤਨ ਵੇਖ ਕੇ, ਦੂਸਰੇ ਦੀ ਵਸਤ ਵੇਖ ਕੇ ਮਨ ਦੇ ਵਿੱਚ ਅਹੰਗ ਭਾਵ ਦੀ ਬਿਰਤੀ ਇਹ ਰੱਖੜੀ ਇਹ ਮੇਰਾ ਹੋਣਾ ਚਾਹੀਦਾ। ਇਹ ਨੀਚ ਬਿਰਤੀ ਹੈ। ਨਾਮ ਜਪਣ ਵਾਲਿਆਂ ਵਿੱਚੋਂ ਇਹ ਬਿਰਤੀ ਚਲੀ ਜਾਂਦੀ। ਉਹ ਪਰਾਇਆ ਧਨ ਇਉਂ ਸਮਝਦੇ ਆ ਜਿਵੇਂ ਕਾਂ ਦੀ ਵਿੱਠ ਪਈ ਹੋਵੇ। ਕਾਂ ਗੰਦ ਖਾਂਦਾ ਨਾ, ਕਾਂ ਗੰਦਗੀ ਭਖਦਾ, ਤੇ ਜਿਹੜੀ ਉਹਦੀ ਵਿੱਠ ਹੁੰਦੀ ਕਾਂ ਦੀ ਉਹ ਕਿਤਨੀ ਗੰਦੀ ਹੁੰਦੀ ਹੈ। ਜਿਹੜਾ ਨਾਮ ਦੀ ਸਾਧਨਾ ਕਰਨ ਵਾਲਾ ਉਹ ਕਿਸੇ ਵੀ ਪਰਾਈ ਵਸਤੂ ਨੂੰ ਇਦਾਂ ਸਮਝਦਾ ਜਿਵੇਂ ਕਾਂ ਦੀ ਵਿਸ਼ਟਾ ਪਈ ਹੋਵੇ, ਕਾਂ ਦੀ ਵਿੱਠ ਪਈ ਹੋਵੇ। ਉਹ ਕਿਸੇ ਪਰਾਈ ਵਸਤੂ ਤੇ ਆਪਣਾ ਆਪਣਤ ਦਾ ਭਾਵ ਨਹੀਂ ਰੱਖਦਾ। ਇਹ ਮੇਰਾ ਨਹੀਂ ਹੈ। ਅਸੀਂ ਤਾਂ ਰਾਹ 'ਚ ਪਈ ਡਿੱਗੀ ਵਸਤੂ ਚੁੱਕ ਕੇ ਜੇਬ 'ਚ ਪਾਉਣ ਦਾ ਯਤਨ ਕਰੀਏ, ਸਾਨੂੰ ਕੀ ਪਤਾ ਜੀ ਕਿਹਦੀ ਹੈ। ਕੋਈ ਆ ਕੇ ਮੰਗ ਵੀ ਲਵੇ ਤੇ ਸਾਡੇ ਸਮਾਜ ਵਿੱਚ ਇਹੋ ਜਿਹੇ ਬਿਰਤੀ ਦੇ ਲੋਕ ਨੇ ਉਹ ਲੁਕਾ ਕੇ ਛੁਪਾ ਕੇ ਰੱਖਦੇ ਆ। ਇਹ ਨੀਚ ਬਿਰਤੀ ਹੈ ਮਨੁੱਖ ਦੇ ਅੰਦਰ ਦੀ। ਤਿਆਗੀ ਵੀ ਹੈਣ। ਸੰਸਾਰ 'ਚ ਕਿਸੇ ਚੀਜ਼ ਦਾ ਬੀਜ ਨਾਸ ਨਹੀਂ ਹੁੰਦਾ। ਪਰਾਈ ਵਸਤੂ ਵੇਖ ਕੇ ਉਹਨੂੰ ਚੁੱਕ ਕੇ ਪਹਿਲਾਂ ਪੁੱਛਦੇ ਆ ਸੱਜੇ ਖੱਬੇ, ਯਤਨ ਕਰਦੇ ਆ ਭਾਈ ਜਿਸ ਦੀ ਹੈ ਉਹ ਲੈ ਜਾਓ। ਔਰ ਉਹਦੇ ਤੱਕ ਪਹੁੰਚਦੀ ਤੱਕ ਇਹੋ ਜਿਹੇ ਵੀ ਵੀਰ ਨੇ ਕਿ ਜਿਸ ਐਡਰੈਸ ਤੱਕ ਉਹ ਚੀਜ਼ ਪਤਾ ਲੱਗ ਜੇ ਵੀ ਫਲਾਣੀ ਥਾਂ, ਉੱਥੇ ਤੱਕ ਦੇ ਕੇ ਵੀ ਆਉਂਦੇ ਆ, ਲਓ ਮਹਾਰਾਜ ਇਹ ਤੁਹਾਡੀ ਵਸਤੂ। ਜਿਹਦੇ ਅੰਦਰ ਧਰਮ ਦਾ ਬੀਜ ਹੈ ਨਾ, ਨਾਮ ਦੀ ਕਣੀ ਹੈ, ਉਹ ਪਰਾਏ ਧਨ ਨੂੰ ਪਾਪ ਦੇ ਸਮਾਨ ਕਰਕੇ ਜਾਣਦਾ ਵੀ ਇਹ ਪਾਪ ਹੈ। ਔਰ ਇਹ ਪਾਪ ਉਹਨਾਂ ਦੇ ਨੇੜੇ ਨਹੀਂ ਆਉਂਦਾ। ਪਾਪ ਨਾ ਫੇੜੇ, ਉਹਨਾਂ ਨੂੰ ਇਹ ਪਾਪ ਨਹੀਂ ਵਿਆਪਦਾ ਜਿਹੜਾ ਪਰਮੇਸ਼ਰ ਦਾ ਭਜਨ ਕਰਦਾ। ਉਹਨਾਂ ਅੰਦਰ ਇਹ ਬਿਰਤੀ ਉੱਠਦੀ ਨਹੀਂ। ਉਹ ਤਾਂ ਇਹੋ ਜਿਹੇ ਨਿਰਚਾਵਾਨ ਕਿ ਬ੍ਰਹਮ ਲੋਕ ਤੱਕ ਭੋਗ ਜਿਤ ਕਾਕ ਵਿਸ਼ਟ ਸਮਝਾਨ। ਬ੍ਰਹਮ ਲੋਕ ਤੱਕ ਭੋਗ ਜਿਤ। ਆ ਸੰਸਾਰ ਦੇ ਪਦਾਰਥਾਂ ਦੀ ਤਾਂ ਗੱਲ ਹੀ ਕੋਈ ਨਹੀਂ। ਬ੍ਰਹਮਪੁਰੀ ਤੱਕ ਦੇ ਜਿਹੜੇ ਭੋਗ ਨੇ ਉਹਨਾਂ ਨੂੰ ਵੀ ਇਉਂ ਸਮਝਦਾ ਜਿਵੇਂ ਕਾਂ ਦੀ ਵਿੱਠ ਹੋਵੇ। ਇਹ ਪਾਪ ਉਹਨਾਂ ਨੂੰ ਨਹੀਂ ਫੇੜਦੇ, ਨਹੀਂ ਵਿਆਪਦੇ। ਜਮ ਜੰਦਾਰ ਨ ਆਵੈ ਨੇੜੇ। ਜਮ ਜਿਹੜਾ ਜਿੰਦ ਦਾ ਵੈਰੀ ਹੈ ਇਹ ਉਹਨਾਂ ਦੇ ਨੇੜੇ ਨਹੀਂ ਆਉਂਦਾ। ਜਮ ਜੰਦਾਰ। ਜੰਦਾਰ ਇੱਕ ਮਹਾਂਪੁਰਸ਼ ਮਹਾਤਮਾ ਮਿਲੇ, ਉਹ ਕਹਿਣ ਲੱਗੇ ਵੀ ਜੰਦਾਰ ਦਾ ਅਰਥ ਕੀ ਹੈ। ਅਸੀਂ ਅਰਥ ਕਰਦੇ ਹਾਂ ਵੀ ਜਿਹੜਾ ਜਿੰਦ ਦਾ ਵੈਰੀ ਉਹ ਹੈ ਜੰਦਾਰ, ਪਰ ਜਿਹੜਾ ਜਮ ਹੈ ਉਹ ਵੀ ਤਾਂ ਜਿੰਦ ਦਾ ਵੈਰੀ ਹੈ। ਇੱਥੇ 2 ਸ਼ਬਦ ਵਰਤੇ, ਜਮ ਜੰਦਾਰ, ਵੱਖਰੇ ਵੱਖਰੇ, ਫਿਰ ਅਰਥ ਵੀ 2 ਹੀ ਹੋਣਗੇ ਨਾ। ਜਿਹੜਾ ਜਮ ਹੈ ਉਹ ਵੀ ਜਿੰਦ ਦਾ ਵੈਰੀ ਹੈ ਤੇ ਜੰਦਾਰ ਵੀ ਜਿੰਦ ਦਾ ਵੈਰੀ ਹੋਇਆ, ਤੇ ਫਿਰ ਫਰਕ ਕੀ ਹੈ। ਉਹਨਾਂ ਮਹਾਂਪੁਰਸ਼ਾਂ ਨੇ ਬੜਾ ਸੋਹਣਾ ਅਰਥ ਦੱਸਿਆ। ਬਹੁਤ ਸਾਰੇ ਅਰਥ ਜਿਹੜੇ ਨੇ ਉਹ ਟੀਕਿਆਂ ਚੋਂ ਨਹੀਂ ਮਿਲਦੇ।
ਉਹ ਮਹਾਂਪੁਰਸ਼ਾਂ ਦੇ ਅਨੁਭਵ ਚੋਂ ਮਿਲਦੇ। ਜਿਵੇਂ ਇੱਕ ਵਿਅਕਤੀ ਤੇ ਦੂਜਾ ਉਹਦੇ ਹੱਥ ਵਿੱਚ ਉਹਦੀ ਤਲਵਾਰ ਫੜੀ ਹੋਵੇ, ਤਲਵਾਰ ਨੂੰ ਵੱਖਰਾ ਕਹਾਂਗੇ ਤੇ ਜਿਹੜੇ ਫੜੀ ਹੋਵੇ ਉਹਦਾ ਵੱਖਰਾ ਨਾਂ ਹੋਵੇਗਾ ਨਾ। ਜਿਹੜੀ ਉਹਦੀ ਤਲਵਾਰ ਹੈ ਉਹ ਵੱਖਰੀ ਹੈ। ਜਿਹੜਾ ਜੰਮ ਹੈ, ਜੰਮ ਜਿਸ ਚੀਜ਼ ਨਾਲ, ਜਿਸ ਹਥਿਆਰ ਨਾਲ, ਜਿਸ ਸ਼ਸਤਰ ਨਾਲ ਜੀਵ ਨੂੰ ਮਾਰਦਾ ਹੈ ਉਹਨੂੰ ਕਹਿੰਦੇ ਆ ਜੰਦਾਰ। ਜੰਮ ਜਿਸ ਸ਼ਸਤਰ ਨਾਲ, ਜਿਹੜਾ ਜੰਮ ਦਾ ਸ਼ਸਤਰ ਹੈ, ਜਿਹਦੇ ਨਾਲ ਜੰਮ ਮਾਰਦਾ ਹੈ, ਉਹਨੂੰ ਕਹਿੰਦੇ ਆ ਜੰਦਾਰ। ਮਹਾਰਾਜ ਜੀ ਕਹਿੰਦੇ ਨਾ ਉਹਨਾਂ ਦੇ ਨੇੜੇ ਜੰਮ ਆਉਂਦਾ, ਨਾ ਉਹਨਾਂ ਦੇ ਨੇੜੇ ਜੰਦਾਰ ਉਹਦਾ ਸ਼ਸਤਰ ਆਉਂਦਾ ਜਿਹੜੇ ਪਰਮੇਸ਼ਰ ਦਾ ਭਜਨ ਕਰਦੇ ਆ। ਜੰਮ ਜੰਦਾਰ ਨਾ ਆਵੇ ਨੇ, ਇਹ ਨੇੜੇ ਨਹੀਂ ਆਉਂਦੇ। ਤ੍ਰਿਸ਼ਨਾ ਅਗਨ ਪ੍ਰਭ ਆਪ 부ਝਾਈ। ਜਿਹੜੀ ਤ੍ਰਿਸ਼ਨਾ ਦੀ ਅੱਗ ਹੈ, ਤ੍ਰਿਸ਼ਨਾ ਅਗਨ, ਇਹ ਬੜੀ ਭਿਆਨਕ ਅੱਗ ਹੈ। ਤ੍ਰਿਸ਼ਨਾ ਦੇ ਭਾਂਬੜ ਮਚਦੇ ਆ। ਜਿਵੇਂ ਜਿਵੇਂ ਪਦਾਰਥਾਂ ਦਾ ਬਾਲਣ ਪਵੇ ਤਿਵੇਂ ਤਿਵੇਂ ਅੱਗ ਹੋਰ ਮਚਦੀ ਹੈ, ਹੋਰ ਪ੍ਰਚੰਡ ਹੁੰਦੀ, ਹੋਰ ਪ੍ਰਬਲ ਹੁੰਦੀ। ਇਹ ਤ੍ਰਿਸ਼ਨਾ ਦੀ ਅੱਗ ਬੁਝਦੀ ਨਹੀਂ ਹੈ। ਕਿਸੇ ਵਿਰਲੇ ਅੰਦਰ ਪਰਮੇਸ਼ਰ ਦੇ ਭਜਨ ਦਾ ਤਰੋਂਕਾ ਵੱਜੇ ਤੇ ਅੱਗ ਬੁਝ ਜੇ ਤਾਂ ਬੁਝ ਜੇ, ਨਹੀਂ ਤਾਂ ਬੜਾ ਔਖਾ ਕੰਮ ਹੈ। ਇਹ ਪਰੇ ਤੋਂ ਪਰੇ ਲੈ ਜਾਂਦੀ ਹੈ। ਸਹਿਸ ਖੱਟੇ ਲੱਖ ਕੋਟ ਧਾਵੈ ਤੇ ਫਿਰ ਵੀ ਉੱਥੇ ਤ੍ਰਿਪਤੀ ਨਹੀਂ ਹੈ। ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ। ਇਹ ਤ੍ਰਿਸ਼ਨਾ ਦੀ ਅੱਗ ਪ੍ਰਭੂ ਨੇ ਰੱਬ ਦੇ ਪਿਆਰਿਆਂ ਵਿੱਚ ਆਪ ਬੁਝਾ ਦਿੱਤੀ ਹੈ। ਉਹਨਾਂ ਅੰਦਰ ਤ੍ਰਿਸ਼ਨਾ ਰਹੀ ਨਹੀਂ, ਕਿਸੇ ਪਦਾਰਥ ਦੀ ਕਾਂਖਾ ਨਹੀਂ। ਪੁੱਛਿਆ ਬਾਬਾ ਬੁੱਢਾ ਸਾਹਿਬ ਜੀ ਤੁਹਾਨੂੰ ਕੀ ਚਾਹੀਦਾ ਦੱਸੋ। 6 ਗੁਰੂ ਸਾਹਿਬਾਨਾਂ ਦੀ ਸੇਵਾ ਕੀਤੀ, ਕੋਈ ਵਸਤੂ ਅਦੇ ਨਹੀਂ ਜੋ ਤੁਹਾਡੇ ਨੂੰ ਅਸੀਂ ਨਾ ਦੇ ਸਕੀਏ। ਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਅੱਗੋਂ ਕੀ ਕਹਿੰਦੇ ਹੱਥ ਜੋੜ ਕੇ, ਮਹਾਰਾਜ ਗਰੀਬ ਨਵਾਜ ਸਭ ਕੁਝ ਆਪ ਜੀ ਦਾ ਦਿੱਤਾ ਹੋਇਆ, ਕੁਝ ਨਹੀਂ ਚਾਹੀਦਾ। ਜੇ ਤੁੱਠੇ ਹੋ ਤੇ ਕਿਰਪਾ ਕਰਕੇ ਇਹ ਦਾਤ ਦਿਓ ਕਿ ਤੁਹਾਡੀ ਸਿੱਖੀ ਕੇਸਾਂ ਸਵਾਸਾਂ ਨਾਲ ਅੰਤਲੇ ਸਾਹਾਂ ਤੱਕ ਨਿਭ ਜਾਏ। ਤ੍ਰਿਸ਼ਨਾ ਦੀ ਅਗਨੀ ਨਹੀਂ, ਤ੍ਰਿਸ਼ਨਾ ਦੀ ਅੱਗ ਰੱਬ ਦੇ ਪਿਆਰਿਆਂ ਦੇ ਹਿਰਦਿਆਂ ਚੋਂ ਰੱਬ ਨੇ ਬੁਝਾ ਕੇ ਸ਼ਾਂਤ ਕਰ ਦਿੱਤੀ ਹੈ। ਕੋਈ ਕਾਂਖਾ ਹੀ ਨਹੀਂ ਰਹੀ। ਆਹ ਕੈਸੀ ਅਵਸਥਾ ਹੋਵੇਗੀ ਉਹ, ਜਦੋਂ ਇਹ ਅਵਸਥਾ ਹੋਵੇ ਕੁਝ ਨਹੀਂ ਚਾਹੀਦਾ, ਸੰਤੁਸ਼ਟ ਆ। ਆਹ ਕੁਝ ਨਹੀਂ ਚਾਹੀਦਾ। ਜਿਸ ਵਿੱਚ ਹਾਂ ਜਿੰਨੀ ਕੁ ਦਿੱਤਾ ਹੈ ਉਹਦੇ ਚ ਰਾਜੀ ਰਹਿ ਕੇ ਪ੍ਰਸੰਨ ਰਹਿਣਾ। ਯਥਾ ਲਾਭ ਸੰਤੁਸ਼ਟ। ਇਹਦੇ ਵਰਗੀ ਅਵਸਥਾ ਹੈ, ਰਾਜਿਆਂ ਵਰਗੀ ਹੈ, ਬਾਦਸ਼ਾਹਾਂ ਵਰਗੀ ਜ਼ਿੰਦਗੀ ਹੈ। ਬਾਦਸ਼ਾਹ ਵੀ ਇਹੋ ਜਿਹੀ ਜ਼ਿੰਦਗੀ ਨਹੀਂ ਭੋਗਦੇ। ਉਹਨਾਂ ਅੰਦਰ ਵੀ ਤ੍ਰਿਸ਼ਨਾ ਹੁੰਦੀ ਆ, ਇਹ ਵੀ ਆ ਜਾਏ, ਇਹ ਵੀ ਆ ਜਾਏ। ਤੇ ਜਿਹਨੂੰ ਇਹ ਪ੍ਰਮਾਤਮਾ ਨੇ ਸਬਰ ਦੇ ਦਿੱਤਾ, ਸੰਤੋਖ ਦੇ ਦਿੱਤਾ, ਉਹਦੇ ਵਰਗਾ ਤਾਂ ਰਾਜਾ ਸੂਰੇ ਸੰਸਾਰ ਵਿੱਚ ਕੋਈ ਨਹੀਂ। ਤੋ ਰੱਬ ਨੇ, ਪਰਮੇਸ਼ਰ ਨੇ ਜਿਨ੍ਹਾਂ ਦੇ ਹਿਰਦਿਆਂ ਚੋਂ ਤ੍ਰਿਸ਼ਨਾ ਦੀ ਅੱਗ ਆਪ ਕਿਰਪਾ ਕਰਕੇ ਬੁਝਾਈ ਹੈ। ਨਾਨਕ ਉਧਾਰੇ ਪ੍ਰਭ ਸ਼ਰਣਾਈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਕਿ ਪ੍ਰਭੂ ਦੀ ਸ਼ਰਨ ਚ ਪੈ ਕੇ ਉਹ ਜਨ ਉਧਰ ਗਏ ਨੇ, ਉਹਨਾਂ ਦੀ ਮੁਕਤੀ ਹੋ ਗਈ ਹੈ ਜਿਹੜੇ ਉਸ ਪ੍ਰਭੂ ਦੀ ਸ਼ਰਨ ਚ ਪੈ ਗਏ, ਉਸ ਮਾਲਕ ਦੀ ਸ਼ਰਨ ਚ ਪੈ ਗਏ, ਉਹ ਉਧਰ ਗਏ, ਉਹ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਰ ਗਏ। ਇੱਕ ਸਰਨਾਈ ਸ਼ਬਦ ਆਉਂਦਾ, ਸਰਨਾਈ। ਜਿਹੜਾ ਸਰਨਾਈ ਸ਼ਬਦ, ਉਹਦਾ ਅਰਥ ਏਦਾਂ ਵੀ ਹੈ, ਫੂਕ ਭਰ ਕੇ, ਜਿਵੇਂ ਕਿਸੇ ਚਮੜੇ ਵਿੱਚ ਜਾਂ ਅੱਜ ਕੱਲ੍ਹ ਟਿਊਬਾਂ ਵਗੈਰਾ ਹੁੰਦੀਆਂ ਨੇ ਪਾਣੀ ਤੋਂ ਤਰਨ ਵਾਸਤੇ, ਉਹ ਬਣਾ ਦਿੰਦੇ ਆ ਨਾ। ਕਹਿੰਦੇ ਏਦਾਂ ਮੇਰੇ ਮਾਲਕ ਦੇ ਚਰਨ ਸਰਨਾਈ ਵਾਂਗੂ ਨੇ। ਜਿਹੜਾ ਇਹਨਾਂ ਚਰਨਾਂ ਦੀ ਸ਼ਰਨ ਚ ਆ ਜਾਂਦਾ, ਮਹਾਰਾਜ ਇਸ ਭਵ ਸਾਗਰ ਤੋਂ ਉਹਨੂੰ ਤਾਰ ਦਿੰਦੇ ਆ, ਪਾਰ ਉਤਾਰਾ ਕਰ ਦਿੰਦੇ।